ਦੁੱਖਾਂ ਦਰਦਾਂ ਨਾਲ ਭਰੀ ਇਸ ਦੁਨੀਆ ਵਿੱਚ ਅੱਜ ਹਰ ਇਨਸਾਨ ਆਪਣੀ ਧੁਨ ਵਿੱਚ ਦੌੜ ਰਿਹਾ ਹੈ। ਕਿਸੇ ਨੂੰ ਆਪਣੇ ਤੋਂ ਇਲਾਵਾ ਦੂਸਰੇ ਦਾ ਕੋਈ ਫਿਕਰ ਨਹੀਂ ਹੈ। ਅਜਿਹੀ ਹਾਲਤ ਵਿੱਚ ਅਪਾਹਜ, ਬੇਸਹਾਰਾ ਅਤੇ ਬਜ਼ੁਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਹੈ ਪਿੰਗਲਵਾੜਾ ਅਵਧੂਤ ਅਤੇ ਬਿਰਧ ਆਸ਼ਰਮ ਬੁਢਲਾਡਾ। ਇਹ ਸੰਸਥਾ ਸੰਨ 1978 ਨੂੰ ਹੋਂਦ ਵਿੱਚ ਆਈ। ਇਸ ਬਾਰੇ ਦੇਖਦੇ ਹਾਂ ਵੱਖਰੀ ਪਹਿਚਾਣ ਦੀ ਇਹ ਵਿਸ਼ੇਸ਼ ਰਿਪੋਰਟ। ਪਿੰਗਲਵਾੜਾ ਅਵਧੂਤ ਅਤੇ ਬਿਰਧ ਆਸ਼ਰਮ ਬੁਢਲਾਡਾ ਦੇ ਸਰਪ੍ਰਸਤ ਸ਼੍ਰੀ ਕੇਵਲ ਕ੍ਰਿਸ਼ਨ ਸਿੰਗਲਾ ਜੀ ਇਸ ਵਕਤ ਮੇਰੇ ਨਾਲ ਨੇ। ਆਪਾਂ ਇਹਨਾਂ ਤੋਂ ਜਾਣਦੇ ਹਾਂ ਇਸ ਸੰਸਥਾ ਦੇ ਬਾਰੇ ਕਿ ਇਹ ਸੰਸਥਾ ਕਦੋਂ ਹੋਂਦ ਦੇ ਵਿੱਚ ਆਈ ਅਤੇ ਕਿਹੜੇ ਇਸ ਦੇ ਫਾਊਂਡਰ ਮੈਂਬਰ ਰਹੇ ਨੇ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਰ ਤੁਸੀਂ ਦੱਸੋ ਕਿ ਇਹ ਸੰਸਥਾ ਜਿਹੜੀ ਹੈ ਕਦੋਂ ਹੋਂਦ ਦੇ ਵਿੱਚ ਆਈ ਅਤੇ ਇਹਦੇ ਫਾਊਂਡਰ ਮੈਂਬਰ ਕਿਹੜੇ ਕਿਹੜੇ ਸੀ ਔਰ ਕਿਵੇਂ ਕਿਵੇਂ ਅੱਗੇ ਵਧੀ ਹੈ। ਇਹ ਸੰਸਥਾ ਸੰਨ 1978 ਦੇ ਵਿੱਚ ਸਵਾਮੀ ਉਮਾ ਭਾਰਤੀ ਜੀ ਹਰਿਦੁਆਰ ਵਾਲਿਆਂ ਦੀ ਪ੍ਰੇਰਨਾ ਦੇ ਨਾਲ ਬਣੀ। ਇਸ ਨੂੰ ਬਣਾਉਣ ਵਾਸਤੇ ਮੰਡੀ ਦੇ ਪਤਵੰਤੇ ਸੱਜਣਾ ਦੇ ਸ਼੍ਰੀ ਦੇਸ਼ਰਾਜ ਜੀ, ਸ਼੍ਰੀ ਜਗਨਨਾਥ ਕਾਠ ਜੀ, ਸ਼੍ਰੀ ਮਾਸਟਰ ਹਰਬੰਸ ਲਾਲ ਜੀ ਔਰ ਕ੍ਰਿਸ਼ਨ ਗੋਇਲ ਜੀ ਆਦਿ ਨੇ ਇਸ ਸੰਸਥਾ ਦਾ ਬੀੜਾ ਚੁੱਕਿਆ ਔਰ ਉਹਨਾਂ ਦੀ ਪ੍ਰੇਰਨਾ ਨਾਲ ਇੱਕ ਕਮੇਟੀ ਬਣਾ ਕੇ ਇਸ ਦੀ ਸ਼ੁਰੂਆਤ ਕੀਤੀ। ਇਹ ਜਿਹੜੀ ਥਾਂ ਹੈਗੀ ਹੈ, ਇਹ ਅੱਧੀ ਥਾਂ ਸਵਾਮੀ ਸ਼ੰਕਰ ਦਾਸ ਜੀਆਂ ਨੇ ਸਾਨੂੰ ਦਾਨ ਦੇ ਦਿੱਤੀ, ਅੱਧੀ ਜਿਹੜੀ ਥਾਂ ਹੈਗੀ ਹੈ ਛਪਾਰੀਆ ਖਾਨਦਾਨ ਨੇ ਸਾਨੂੰ ਦਾਨ ਦਿੱਤੀ, ਜਿਸ ਦੀ ਬਿਲਡਿੰਗ ਦਾ ਲੋਕਾਂ ਦੇ ਸਹਿਯੋਗ ਨਾਲ ਇਹ ਪੈਸਾ ਚੰਦਾ ਵਗੈਰਾ ਇਕੱਠਾ ਕਰਕੇ ਇਸ ਦੀ ਬਿਲਡਿੰਗ ਦੀ ਉਸਾਰੀ ਕੀਤੀ ਗਈ। ਉਸ ਤੋਂ ਬਾਅਦ ਸੰਨ 78 ਦੇ ਵਿੱਚ ਸ਼੍ਰੀ ਹਰਤਵਲਾਸੀ ਜੀ ਆਬਕਾਰੀ ਅਤੇ ਕਰ ਮੰਤਰੀ ਪੰਜਾਬ ਨੇ ਇਹਨਾਂ ਦਾ ਨੀਂਹ ਪੱਥਰ ਰੱਖਿਆ। ਉਸ ਤੋਂ ਬਾਅਦ ਇਹ ਸੰਸਥਾ ਅੱਜ ਤੱਕ ਤਕਰੀਬਨ 40-42 ਸਾਲ ਤੋਂ ਨਵੇਂ ਮੈਂਬਰਾਂ ਨਾਲ ਆਪਣਾ ਕਾਰਜ ਕਰਦੀ ਆ ਰਹੀ ਹੈ ਅਤੇ ਇਸ ਦੇ ਜੋ ਵੀ ਅੱਜ ਤੱਕ ਹੈ ਉਹ ਸਾਡੇ ਤੁਹਾਡੇ ਸਾਹਮਣੇ ਹੈ। ਅਤੇ ਇਸ ਦਾ ਜਿਹੜਾ ਪ੍ਰਬੰਧ ਹੈਗਾ ਹੁਣ ਮੌਜੂਦਾ ਕਮੇਟੀ 'ਚ ਸ਼੍ਰੀ ਓਮ ਪ੍ਰਕਾਸ਼ ਜੀ ਗੋਇਲ ਪ੍ਰਧਾਨ ਨੇਗੇ ਅਤੇ ਸੀਨੀਅਰ ਪ੍ਰਧਾਨ ਗੁਰਚਰਨ ਸਿੰਘ ਜੀ ਅਨੇਜਾ ਨੇਗੇ, ਕਸ਼ਮੀਰੀ ਲਾਲ ਜੀ ਮੀਤ ਪ੍ਰਧਾਨ ਨੇ, ਜਨਰਲ ਸੈਕਟਰੀ ਰਮੇਸ਼ ਕੁਮਾਰ ਕੁੱਕੀ ਜੀ ਨੇ, ਭਾਰਤ ਭੂਸ਼ਣ ਜੀ ਹੈਗੇ ਨੇਗੇ ਜੀ ਸੈਕਟਰੀ, ਅਤੇ ਕੈਸ਼ੀਅਰ ਸੁਭਾਸ਼ ਜੀ ਅਤੇ ਓਮ ਪ੍ਰਕਾਸ਼ ਜੀ ਹੈਗੇ ਨੇ। ਇਹ ਸਾਰੀ ਇਹਨਾਂ ਦੀ ਦੇਖ ਰੇਖ ਦੇ ਵਿੱਚ ਹੁਣ ਆਪਦਾ ਪ੍ਰਬੰਧ ਚਲਾ ਰਹੀ ਹੈ। ਲੋਕਾਂ ਦੇ ਦਾਨ ਸਦਕਾ ਹੀ ਇਹ ਸਾਰੀ ਸੰਸਥਾ ਚੱਲ ਰਹੀ ਹੈਗੀ ਹੈ। ਰੋਟੀ ਪਾਣੀ, ਖਾਣ ਪੀਣ, ਰਹਿਣ ਦਾ ਇਹ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ। ਜਿਹੜੇ ਏਰੀਏ ਦੇ ਜਾਂ ਕਿਤੇ ਬਾਹਰੋਂ ਵੀ ਲੋਕ ਲਾਵਾਰਸ, ਲੰਗੜਾ ਲੂਲਾ, ਬੇਸਹਾਰਾ ਕੋਈ ਹੁੰਦਾ ਹੈਗਾ ਜਿਹੜਾ ਕੋਈ ਇੱਥੇ ਦਾਖਲ ਕਰਾ ਜਾਂਦਾ ਜਾਂ ਹੋ ਜਾਂਦਾ ਜਾਂ ਸਾਨੂੰ ਏਰੀਏ 'ਚ ਮਿਲਤਾ ਲੱਗਦਾ ਹੈ, ਅਸੀਂ ਲੈ ਆਉਂਦੇ ਹਾਂ ਅਤੇ ਉਹਨਾਂ ਦਾ ਰਹਿਣ ਦਾ, ਸਹਿਣ ਦਾ, ਪਾਣੀ ਰੋਟੀ, ਕਮਰੇ ਵਗੈਰਾ ਦਾ ਪ੍ਰਬੰਧ ਸਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਜੀ। ਜਿਸ ਤਰ੍ਹਾਂ ਕੇਵਲ ਜੀ ਤੁਸੀਂ ਦੱਸਿਆ ਕਿ ਇੱਥੇ ਜਿਹੜੇ ਕੁਛ ਲਾਵਾਰਿਸ ਅਪਾਹਜ ਵਿਅਕਤੀ ਜਿਹੜੇ ਕਿ ਕਿਤੋਂ ਵੀ ਤੁਹਾਨੂੰ ਮਿਲਦੇ ਨੇ ਜਾਂ ਕੋਈ ਛੱਡ ਜਾਂਦਾ ਹੈ ਜਾਂ ਕਿਤੇ ਬੇਸਹਾਏ ਅਵਸਥਾ 'ਚ ਹੁੰਦੇ ਤੁਸੀਂ ਲੈ ਆਉਂਦੇ ਹੋ, ਤਾਂ ਉਹ ਫਿਰ ਤੁਸੀਂ ਇੱਥੇ ਰੱਖਦੇ ਹੋ ਤਾਂ ਉਹਨਾਂ ਦਾ ਕੀ ਕੋਈ ਸਮਾਂ ਪੀਰੀਅਡ ਕਿੰਨਾ ਚਿਰ ਇੱਥੇ ਰਹਿੰਦੇ ਨੇ? ਉਹਨਾਂ ਦੀ ਆਪਣੀ ਮਰਜ਼ੀ ਹੈ ਜਾਂ ਕੋਈ ਸਮਾਂ ਸਾਰਣੀ ਕੋਈ ਨਿਸ਼ਚਿਤ ਹੈ ਵੀ ਇੰਨਾ ਚਿਰ ਅਸੀਂ ਰੱਖਣਾ? ਨਹੀਂ, ਸਾਡੇ ਵੱਲੋਂ ਉਹਨਾਂ ਦੀ ਕੋਈ ਸਮਾਂ ਸਾਰਣੀ ਨਿਸ਼ਚਿਤ ਨਹੀਂ ਹੈ। ਅਸੀਂ ਤਾਂ ਕਹਿੰਦੇ ਹਾਂ ਜਿੰਨਾ ਚਿਰ ਉਹ ਮਰਜ਼ੀ ਇੱਥੇ ਰਹੇ, ਜਿੰਨਾ ਚਿਰ ਉਹਦਾ ਇੱਥੇ ਦਿਲ ਕਰਦਾ ਹੈਗਾ ਉਹ ਇੱਥੇ ਰਹੇ। ਅਤੇ ਜਾਂ ਤਾਂ ਇੱਥੇ ਹੁਣ ਤੱਕ ਦੇ ਜਿਹੜੇ ਇਹਦੇ ਇਤਿਹਾਸ ਦੇ ਮੁਤਾਬਕ ਜਾਂ ਤਾਂ ਜਿਹਦੀ ਕੋਈ ਡੈਥ ਹੋ ਗਈ ਹੋ ਗਿਆ ਹੈਗਾ, ਜਾਂ ਜਿਨ੍ਹਾਂ ਦਾ ਕੋਈ ਪਰਿਵਾਰ ਹੁੰਦਾ ਹੈਗਾ, ਪਰਿਵਾਰ ਦਾ ਮੈਂਬਰ ਕੋਈ ਛੱਡ ਕੇ ਜਾਂਦੇ ਨੇ ਕੋਈ ਘਰ ਦੀਆਂ ਤਕਲੀਫਾਂ ਕਾਰਨ, ਮਜਬੂਰੀਆਂ ਕਾਰਨ, ਜੋ ਚਾਹੇ ਤਾਂ ਲਿਜਾ ਵੀ ਸਕਦੇ ਨੇ ਉਹਨੇ। ਅੱਛਾ, ਤੁਸੀਂ ਕਿੰਨਾ ਵਿਅਕਤੀ ਨੂੰ ਇੱਥੇ ਰੱਖਦੇ ਹੋ? ਉਹਦੇ ਲਈ ਕੀ ਕਮੇਟੀ ਪਹਿਲਾਂ ਡਿਸਾਈਡ ਕਰਦੀ ਹੈ ਕਿ ਇਸ ਵਿਅਕਤੀ ਨੂੰ ਰੱਖਣਾ ਹੈ ਜਾਂ ਇਸ ਨੂੰ ਨਹੀਂ ਰੱਖਣਾ? ਜਿਹੜੇ ਵੀ ਅਸੀਂ ਜੀ ਮਤਲਬ ਜਿਹੜਾ ਕੋਈ ਬੰਦਾ ਲਾਵਾਰਸ, ਰੋਟੀ ਪਾਣੀ ਅਤੇ ਰਹਿਣ ਤੋਂ ਮੁਹਤਾਜ ਹੈ ਉਸ ਨੂੰ ਵੀ ਅਸੀਂ ਰੱਖ ਲੈਂਦੇ ਹਾਂ, ਜਾਂ ਕੋਈ ਹੈਂਡੀਕੈਪਟ ਹੈ ਉਸ ਨੂੰ ਵੀ ਅਸੀਂ ਰੱਖ ਲੈਂਦੇ ਹਾਂ। ਸਾਡੀ ਇੱਕੋ ਹੀ ਸ਼ਰਤ ਹੈਗੀ ਉਹਨੂੰ ਨਾ ਰੱਖਣ ਦੀ, ਤਾਂ ਇੱਕ ਤਾਂ ਉਸ ਨੂੰ ਕੋਈ ਲਾਗ ਦੀ ਬਿਮਾਰੀ ਨਹੀਂ ਹੋਣੀ ਚਾਹੀਦੀ ਅਤੇ ਇੱਕੋ ਆਪਦੀ ਕਿਰਿਆ ਮਤਲਬ ਜਿਹੜਾ ਲੈਟਰਨ ਬਾਥਰੂਮ ਵਗੈਰਾ ਉਹ ਬਾਥਰੂਮ ਦੇ ਵਿੱਚ ਜਾ ਕੇ ਕਰ ਸਕਦਾ। ਔਰ ਸਾਡੀ ਕੋਈ ਕੰਡੀਸ਼ਨ ਨਹੀਂ, ਸਾਡੀ ਸੰਸਥਾ ਵੱਲੋਂ ਉਸ ਤੋਂ ਕੋਈ ਪੈਸਾ, ਰਹਿਣ ਦਾ, ਸਹਿਣ ਦਾ, ਰੋਟੀ ਦਾ, ਪਾਣੀ ਦਾ ਕੁਝ ਨਹੀਂ। ਯਾਨੀ ਕਿ ਜੋ ਇਸ ਕੰਡੀਸ਼ਨ ਦੇ ਵਿੱਚ ਨਹੀਂ ਹੁੰਦਾ ਫਿਰ ਉਸ ਨੂੰ ਰੱਖਣ ਤੋਂ ਉਹ ਇਸ ਤਰ੍ਹਾਂ ਜੀ ਫਿਰ ਥੋੜ੍ਹਾ ਜਿਹਾ ਮਤਲਬ ਏਰੀਏ ਦੇ ਮੁਤਾਬਕ ਅਤੇ ਬੰਦਿਆਂ ਦੇ ਮੁਤਾਬਕ ਪ੍ਰਬੰਧ ਦੀ ਵੀ ਥੋੜ੍ਹੀ ਜਿਹੀ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਜਿਸ ਤਰ੍ਹਾਂ ਜੇ ਕਿਸੇ ਨੂੰ ਲਾਗ ਦੀ ਬਿਮਾਰੀ ਹੈ ਅਤੇ ਲਾਗ ਦੀ ਬਿਮਾਰੀ ਉਹ ਸਾਰਿਆਂ ਨੂੰ ਨਾ ਲੱਗੇ, ਉਸ ਤੋਂ ਸਾਨੂੰ ਥੋੜ੍ਹਾ ਜਿਹਾ ਬਚਾਅ ਰੱਖਣਾ ਪੈਂਦਾ ਹੈਗਾ ਜੀ। ਅਤੇ ਜਾਂ ਜੇ ਕੋਈ ਮਤਲਬ ਬੰਦਾ ਲੈਟਰਨ ਪਿਸ਼ਾਬ ਵਗੈਰਾ ਕੋਈ ਵਿੱਚ ਕਰਦਾ ਹੈਗਾ, ਉਹਦਾ ਸਾਰਾ ਹੀ ਕਮਰਾ ਕੋਈ ਮਤਲਬ ਬਿਲਕੁਲ
ਲੈਟਰਨ ਪਿਸ਼ਾਬ ਨਾਲ ਭਰ ਜਾਂਦਾ ਹੈਗਾ, ਸਾਰੀ ਉਹਦੇ ਵਿੱਚ ਬਿਲਡਿੰਗ ਦੇ ਵਿੱਚ ਬਦਬੂ ਫੈਲ ਜਾਂਦੀ ਹੈ, ਉਹਦੇ ਨਾਲ ਬਿਮਾਰੀ ਫੈਲਣ ਦਾ ਡਰ ਲੱਗਦਾ ਹੈਗਾ। ਥੋੜ੍ਹਾ ਜਿਹਾ ਅਸੀਂ ਇਸ ਕਰਕੇ ਉਸ ਤੋਂ ਗਰੇਜ ਕਰ। ਅੱਛਾ ਸਰ, ਇਹ ਦੱਸੋ ਕਿ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਕਿਸੇ ਨੇ ਜਗ੍ਹਾ ਦਾਨ ਕਰ ਦਿੱਤੀ, ਕਮਰਿਆਂ ਲਈ ਕੁਝ ਦਾਨ ਇਕੱਠਾ ਹੋ ਗਿਆ, ਸੰਸਥਾ ਖੜੀ ਹੋ ਗਈ, ਉਸ ਦੀ ਇੱਕ ਬਿਲਡਿੰਗ ਖੜੀ ਹੋ ਗਈ, ਲੇਕਿਨ ਉਸ ਨੂੰ ਚਲਾਉਣ ਵਾਸਤੇ ਰੈਗੂਲਰ ਫੰਡਸ ਦੀ ਲੋੜ ਹੁੰਦੀ ਹੈ, ਉਹ ਕਿਸ ਤਰ੍ਹਾਂ ਅਰੇਂਜ ਕਰਦੇ? ਰੈਗੂਲਰ ਫੰਡ ਦੇ ਵਾਸਤੇ ਕੁਛ ਤਾਂ ਇਸ ਤਰ੍ਹਾਂ ਜੀ, ਕੁਛ ਤਾਂ ਮਤਲਬ ਅਸੀਂ ਮਾਸਿਕ ਚੰਦਾ ਇਕੱਠਾ ਕਰਦੇ ਹਾਂ ਸ਼ਹਿਰ ਦੇ ਵਿੱਚੋਂ। ਪਰਚੀਆਂ ਸਾਡੀਆਂ ਲੱਗੀਆਂ ਹੋਈਆਂ ਨੇ ਕਿ ਸਾਡੇ ਮੈਂਬਰ ਆਪ ਜਾਂ ਸਾਡਾ ਮੈਨੇਜਰ ਵਿਨੋਦ ਕੁਮਾਰ ਇਹ ਜਾਂਦੇ ਹੈਗੇ ਨੇ ਕਿ ਕੋਈ ਤਾਂ 100 ਰੁਪਏ ਮਹੀਨਾ, ਕੋਈ 200 ਰੁਪਏ ਮਹੀਨਾ, ਕੋਈ 50 ਰੁਪਏ ਮਹੀਨਾ, ਇੱਥੋਂ ਤੱਕ ਕਿ ਲੋਕ ਕਈ 500 ਰੁਪਏ ਮਹੀਨਾ ਵੀ ਇਸ ਸੰਸਥਾ ਨੂੰ ਦਾਨ ਦਿੰਦੇ ਨੇ ਜੀ। ਤੇ ਬਾਕੀ ਜਿਹੜੇ ਕੋਈ ਹੋਰ ਡੋਨੇਟਰ ਹੈਗੇ ਨੇ, ਜਿਸ ਤਰ੍ਹਾਂ ਕੋਈ ਬਾਹਰੋਂ ਆ ਗਿਆ ਜਾਂ ਕੋਈ ਹੋਰ ਆ ਗਿਆ, ਕੋਈ ਮਤਲਬ ਪਿੱਛੇ ਜੇ ਡੈਨਮਾਰਕ ਕੋਈ ਇੱਕ ਬੰਦਾ ਰਹਿੰਦਾ ਸੀਗਾ, 5-7 ਲੱਖ ਰੁਪਏ ਸਾਨੂੰ ਉਹ ਦੇ ਗਿਆ। ਇਹ ਕੇਰਾਂ ਇੱਕ ਬਿਲਡਿੰਗ ਵਾਸਤੇ ਅਸੀਂ ਬੀਬਾ ਹਰਸਿਮਰਤ ਕੌਰ ਬਾਦਲ ਜੀਆਂ ਤੋਂ ਵੀ 5 ਲੱਖ ਰੁਪਈਆ ਲਿੱਤਾ ਸੀਗਾ ਜੀ। ਤੇ ਇਸੇ ਤਰ੍ਹਾਂ ਹੀ ਇਹ ਸੰਸਥਾ ਲੋਕਾਂ ਦੇ ਸਹਿਯੋਗ ਨਾਲ, ਦਾਨੀ ਸੱਜਣਾ ਦੇ ਸਹਿਯੋਗ ਨਾਲ ਚੱਲ ਰਹੀ ਹੈਗੀ ਹੈ ਹੁਣ ਤੱਕ। ਸਾਨੂੰ ਮਤਲਬ ਕੋਈ ਕਿਸੇ ਗੱਲ ਦੀ ਕੋਈ ਸੰਸਥਾ ਦਾ ਸਹਿਯੋਗ ਵੱਲੋਂ, ਲੋਕਾਂ ਦੇ ਸਹਿਯੋਗ ਵੱਲੋਂ ਕੋਈ ਕਮੀ ਨਹੀਂ। ਅੱਛਾ, ਇਹ ਦੱਸੋ ਕਿ ਜਿਸ ਤਰ੍ਹਾਂ ਇਹ ਪਿੰਗਲਵਾੜਾ ਆਸ਼ਰਮ ਹੈ, ਇੱਕ ਬਿਰਧ ਆਸ਼ਰਮ ਜਿਹੜਾ ਕਿ ਲਾਈਨਾਂ ਤੋਂ ਪਾਰ ਹੈ, ਕਿ ਉਹ ਸੰਸਥਾ ਵੀ ਇਸ ਦੇ ਅੰਡਰ ਹੀ ਹੈ, ਉਹ ਬਿਲਡਿੰਗ ਵੀ ਇਸ ਦੇ ਹਾਂ, ਅੰਡਰ ਉਹ ਬਿਲਡਿੰਗ ਜਿਹੜੀ ਹੈਗੀ ਹੈ ਜੀ ਬਿਰਧ ਆਸ਼ਰਮ ਪਿੰਗਲਵਾੜਾ ਅਵਧੂਤ ਆਸ਼ਰਮ ਵੱਲੋਂ ਹੀ ਸ਼ੁਰੂ ਕੀਤੀ ਗਈ ਸੀਗੀ। ਤਕਰੀਬਨ ਅੱਜ ਤੋਂ ਕੋਈ 18-20 ਸਾਲ ਪਹਿਲਾਂ ਉਸ ਦੇ ਉੱਤੇ 10-15 ਲੱਖ ਰੁਪਏ ਦਾ ਖਰਚ ਕੀਤਾ ਗਿਆ ਸੀਗਾ ਜੀ। ਜਿਸ ਦੇ ਵਿੱਚ 6 ਕਮਰੇ, ਬਰਾਂਡਾ, ਲੈਟਰਨ, ਬਾਥਰੂਮ, ਬਗਾਚੀ ਵਗੈਰਾ ਸਾਰਾ ਕੁਝ ਉੱਥੇ ਬਣਿਆ ਹੋਇਆ ਹੈਗਾ। ਤੇ ਉੱਥੇ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਬਿਰਧ ਆ ਕੇ ਰਹਿਣ ਕਰਨ, ਕੇਰਾਂ 2-4 ਆਏ ਵੀ ਪਰ ਉਹ ਰਹੇ ਨਹੀਂ ਪਰਮਾਨੈਂਟ। ਤੇ ਉੱਥੇ ਹੁਣ ਵੀ ਸੰਸਥਾ ਦਾ ਕੋਈ ਲਗਭਗ ਸਾਲ ਦੇ ਵਿੱਚ 1.5 ਲੱਖ ਰੁਪਈਆ ਸਾਡਾ ਉੱਥੇ ਖਰਚ ਹੁੰਦਾ, ਪਰ ਸਾਨੂੰ ਉਸ ਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ। ਅਸੀਂ ਹੁਣ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਹਾਂ ਕਿ ਬਿਰਧ ਉੱਥੇ ਰਹਿਣਾ ਚਾਹੇ, ਅਸੀਂ ਉਸ ਦੇ ਰਹਿਣ ਦਾ, ਕਰਨ ਦਾ, ਰੋਟੀ ਪਾਣੀ ਦਾ ਪੂਰਾ ਪ੍ਰਬੰਧ ਕਰਾਂਗੇ, ਉਹ ਆ ਕੇ ਰਹਿ ਵੀ ਸਕਦਾ। ਜਿਸ ਤਰ੍ਹਾਂ ਪਹਿਲਾਂ ਉੱਥੇ ਕਾਫੀ ਜਦੋਂ ਬਣਿਆ, ਉਹ ਰੌਣਕਾਂ ਕਾਫੀ ਹੁੰਦੀਆਂ ਸੀ, ਲੋਕ ਉੱਥੇ ਘੁੰਮਣ ਲਈ ਵੀ ਆਉਂਦੇ ਸੀ, ਬਹੁਤ ਸੋਹਣਾ ਪਾਰਕ ਉੱਥੇ ਬਣਾਇਆ ਗਿਆ ਸੀਗਾ। ਹੁਣ ਉਸ ਨੂੰ ਮੇਨਟੇਨ ਨਹੀਂ ਕੀਤਾ ਜਾ ਰਿਹਾ? ਨਹੀਂ ਜੀ, ਪਾਰਕ ਉਸੇ ਤਰ੍ਹਾਂ ਹੀ ਮੇਨਟੇਨ ਚੱਲ ਰਿਹਾ। ਮਾਲੀ ਸਾਡਾ ਉੱਥੇ ਪਰਮਾਨੈਂਟ ਹੀ ਉਦੋਂ ਤੋਂ ਰੱਖਿਆ ਹੋਇਆ ਹੈਗਾ, ਮੋਟਰ ਪਾਣੀ ਵਾਲੀ ਲੱਗੀ ਹੋਈ ਹੈਗੀ ਹੈ, ਪਾਰਕ ਉਸੇ ਤਰ੍ਹਾਂ ਹੀ ਚੱਲ ਰਿਹਾ ਹੈਗਾ। ਪਰ ਇਹ ਹੈ ਵੀ ਹੁਣ ਥੋੜ੍ਹਾ ਜਿਹਾ ਸਮੇਂ ਦਾ, ਹਾਲਾਤਾਂ ਦਾ ਫਰਕ ਪੈ ਗਿਆ। ਇੱਕ ਤਾਂ ਰੇਲਵੇ ਕ੍ਰਾਸਿੰਗ ਡਬਲ ਲਾਈਨ ਬਣ ਗਈ ਜੀ, ਇਲੈਕਟ੍ਰੋਨਿਕ ਹੋ ਗਈ, ਰੇਲਵੇ ਦੀ ਆਵਾਜਾਈ ਵੱਧ ਗਈ, ਲੋਕਾਂ ਨੂੰ ਕ੍ਰਾਸਿੰਗ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈਗੀ ਹੈ। ਹਰੇਕ ਆਦਮੀ ਰੇਲਵੇ ਸਟੇਸ਼ਨ ਕ੍ਰਾਸ ਕਰਕੇ ਉੱਧਰ ਜਾਂਦਾ ਨਹੀਂ ਹੈਗਾ। ਹੁਣ ਥੋੜ੍ਹੀ ਜਿਹੀ ਉੱਥੇ ਆਵਾਜਾਈ ਲੋਕਾਂ ਦੀ ਸੈਰ ਕਰਨ ਵਾਲਿਆਂ ਦੀ ਘੱਟ। ਯਾਨੀ ਕਿ ਵੈਸੇ ਪਬਲਿਕਲੀ ਓਪਨ ਹੈ? ਬਿਲਕੁਲ ਓਪਨ ਹੈ ਜੀ, ਕੋਈ ਜਾਓ ਸੈਰ ਕਰੋ। ਸਵੇਰੇ 2-3 ਘੰਟੇ ਖੁੱਲ੍ਹਦਾ ਹੈਗਾ, ਸ਼ਾਮ ਨੂੰ ਖੁੱਲ੍ਹਦਾ ਹੈਗਾ, ਦੁਪਹਿਰੇ ਆਪਣਾ ਮਾਲੀ ਹੋਊਗਾ ਜੀ। ਤੇ ਇੱਕ ਇਹ ਦੱਸੋ ਕਿ ਇੱਥੇ ਮੈਕਸਿਮਮ ਕਿੰਨੇ ਜਣਿਆਂ ਦੇ ਅਪਾਹਿਜ ਜਿਹੜੇ ਵਿਅਕਤੀ ਲੋੜਵੰਦ ਹੁੰਦੇ ਨੇ, ਕਿੰਨੇ ਕੁ ਜਣਿਆਂ ਦੀ ਰਹਿਣ ਦੀ ਵਿਵਸਥਾ ਹੋ ਸਕਦੀ ਹੈ? ਸਾਡੇ ਲਵੇ ਤਕਰੀਬਨ ਘੱਟੋ ਘੱਟ 50 ਬੰਦਿਆਂ ਦੀ, 60 ਬੰਦਿਆਂ ਦੀ ਰਹਿਣ ਦੀ ਵਿਵਸਥਾ ਹੈਗੀ ਹੈ ਜੀ ਇਸ ਟਾਈਮ। ਐਟ ਪ੍ਰੈਜ਼ੈਂਟ ਮੌਜੂਦਾ ਇੱਥੇ ਇਹ ਸਾਡੇ ਲਵੇ ਇਸ ਟਾਈਮ ਤਕਰੀਬਨ 24-25 ਬੰਦੇ ਰਹਿਣ ਵਾਲੇ ਹੈਗੇ ਆ ਜੀ। ਅੱਛਾ, ਤਾਂ ਜੋ ਲੋਕ ਅਕਸਰ, ਕਿਉਂਕਿ ਇੱਥੇ ਸਵੇਰ ਦਾ ਖਾਣਾ ਤੇ ਸ਼ਾਮ ਦਾ ਖਾਣਾ ਸਾਡਾ ਰੋਟੀ ਪਾਣੀ ਦਾ ਸਿਸਟਮ ਕਮਲ ਜੀ ਇਸ ਤਰ੍ਹਾਂ ਹੈਗਾ ਵੀ ਅਸੀਂ ਸਵੇਰੇ ਤਕਰੀਬਨ 6-6:30 ਵਜੇ ਇਹਨਾਂ ਨੂੰ ਚਾਹ ਦਿੰਦੇ ਹਾਂ। ਚਾਹ ਦੇ ਨਾਲ ਬਿਸਕੁਟ ਵਗੈਰਾ, ਬ੍ਰੈਡ ਵਗੈਰਾ ਕੋਈ ਚੀਜ਼ ਮਤਲਬ ਜਾਂ ਕੋਈ ਹੋਰ ਆ ਜਾਂਦਾ ਉਹ ਦੇ ਦਿੰਦੇ ਹੈਗੇ। ਉਸ ਤੋਂ ਬਾਅਦ 11 ਵਜੇ ਅਸੀਂ ਇਹਨਾਂ ਨੂੰ ਖਾਣਾ ਦਿੰਦੇ ਹੈਗੇ। ਖਾਣੇ ਦੇ ਦੌਰਾਨ ਅਗਰ ਕੋਈ ਬੰਦਾ ਕੋਈ ਫਰੂਟ ਵਗੈਰਾ ਮੰਡੀ ਦਾ ਲੈ ਕੇ ਆਉਂਦਾ ਜਾਂ ਕੋਈ ਸ਼ਰਧਾਲੂ ਲੈ ਕੇ ਆਉਂਦਾ, ਉਹ ਡਿਵਾਈਡ ਕਰ ਦਿੰਦੇ ਹੈਗੇ। ਤੇ ਉਸ ਤੋਂ ਬਾਅਦ ਦੁਪਹਿਰ ਨੂੰ ਇਹਨਾਂ ਨੂੰ ਤਕਰੀਬਨ 3 ਵਜੇ, 2-2:30-3 ਵਜੇ ਇਹਨਾਂ ਨੂੰ ਚਾਹ ਦਿੱਤੀ ਜਾਂਦੀ ਹੈ। ਚਾਹ ਦੇ ਨਾਲ ਕੋਈ ਖਾਣ ਨੂੰ ਮਤਲਬ ਜਿੱਦਾਂ ਕੋਈ ਸਮੋਸਾ ਵਗੈਰਾ, ਕੋਈ ਟਿੱਕੀ ਵਗੈਰਾ, ਕੋਈ ਹੋਰ ਬਾਜ਼ਾਰ 'ਚੋਂ ਆ ਜੇ ਉਹ ਦਿੱਤਾ ਜਾਂਦਾ ਹੈਗਾ, ਤੇ ਨਹੀਂ ਇਹਨਾਂ ਨੂੰ ਕੋਈ ਬਿਸਕੁਟ ਵਗੈਰਾ ਨਾਲ ਦੇ ਦਿੰਦੇ ਹੈਗੇ ਜੀ। ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਦੇ ਲਗਭਗ ਅਸੀਂ ਇਹਨਾਂ ਨੂੰ ਖਾਣਾ ਦਿੰਦੇ ਹੈਗੇ। ਉਸ ਤੋਂ ਬਾਅਦ ਤਕਰੀਬਨ 7:30 ਵਜੇ ਇਹਨਾਂ ਨੂੰ ਤਕਰੀਬਨ ਐਵਰੇਜ ਕੋਈ 400, 500, 300 ਗ੍ਰਾਮ ਮਤਲਬ ਜਿੰਨਾ ਕੁ ਦੁੱਧ ਮਤਲਬ ਸਾਡੇ ਲਈ ਇਕੱਠਾ ਹੁੰਦਾ ਹੈਗਾ, ਉਹ ਦੁੱਧ ਇਹਨਾਂ ਨੂੰ ਪੀਣ ਨੂੰ ਦਿੰਦੇ ਹੈਗੇ। ਖਾਣੇ ਦਾ ਪ੍ਰਬੰਧ ਕਮਲ ਜੀ ਸਾਡਾ ਇਸ ਤਰ੍ਹਾਂ ਹੈਗਾ ਵੀ ਰੋਟੀ ਪਾਣੀ ਜੋ ਵੀ ਸ਼ਰਧਾਲੂ ਆਪਦੇ ਘਰੋਂ ਬਣਾ ਕੇ ਲਿਆ ਕੇ ਇਹਨਾਂ ਨੂੰ ਖਵਾਉਣਾ ਚਾਹੇ, ਉਹ ਸਾਨੂੰ ਇੱਥੇ ਬੁੱਕ ਕਰਾ ਜਾਂਦਾ ਹੈਗਾ। ਤੇ ਆਪਣੇ ਜਿਸ ਦਿਨ ਉਹਦਾ ਟਾਈਮ ਹੁੰਦਾ, ਦਿਨ ਹੁੰਦਾ ਹੈਗਾ, ਉਹ ਆ ਕੇ ਅਸੀਂ ਨਾਲ ਡਿਵਾਈਡ ਕਰਵਾ ਦਿੰਦੇ, ਉਹ ਕਰ ਜਾਂਦਾ ਹੈਗਾ ਆਪਦੇ ਹੱਥ ਨਾਲ, ਉਹ ਖਵਾ ਜਾਂਦਾ ਹੈਗਾ ਜੀ। ਤੇ ਅਗਰ ਨਹੀਂ ਜਿਸ ਦਿਨ ਕਿਸੇ ਦੀ ਕੋਈ ਰੋਟੀ ਦੀ ਬੁਕਿੰਗ ਹੁੰਦੀ ਤਾਂ ਸਾਡੀ ਰਸੋਈ ਪਰਮਾਨੈਂਟ ਬਣੀ ਹੋਈ ਹੈ। ਰੋਟੀ ਬਣਾਉਣ ਵਾਲੀ ਸਾਡੀ ਪੱਕੀ ਰੱਖੀ ਹੋਈ ਹੈ, ਸਫਾਈ ਵਾਲੀ ਸਾਡੀ ਪੱਕੀ ਰੱਖੀ ਹੋਈ ਹੈ, ਮੈਨੇਜਰ ਸਾਡੇ ਪੱਕੇ ਰੱਖੇ ਹੋਏ ਨੇ, ਉਹ ਇਹਨਾਂ ਨੂੰ ਇੱਥੇ ਬਣਾ ਕੇ ਖਵਾਉਂਦੇ ਹੈਗੇ ਨੇਗੇ। ਤੇ ਜੀ ਅਗਰ ਕੋਈ ਬੰਦਾ ਆਪਦੇ ਘਰੋਂ ਰੋਟੀ ਨਹੀਂ ਲਿਆ ਸਕਦਾ, ਬਣਾ ਕੇ ਕਰਨ ਦੀ ਉਹਦੀ ਰੋਟੀ ਇੱਛਾ ਹੈਗੀ ਹੈ, ਉਹ ਸਾਨੂੰ ਬੁੱਕ ਕਰਾ ਜਾਂਦਾ ਹੈਗਾ। ਉਸ ਦਿਨ ਅਸੀਂ ਤਕਰੀਬਨ ਜਿਹੜਾ ਕੋਈ ਖਰਚਾ ਹੈਗਾ ਉਸ ਦੇ ਮੁਤਾਬਕ ਉਹਦੀ ਪਰਚੀ ਕੱਟ ਦਿੰਦੇ ਹਾਂ। ਰੋਟੀ ਅਸੀਂ ਇੱਥੇ ਤਿਆਰ ਕਰਾ ਕੇ ਉਹ ਆਪਦੇ ਹੱਥ ਨਾਲ ਖਵਾ ਕੇ ਜਾ ਸਕਦਾ ਹੈ ਜੀ।
ਤਾਂ ਇਹ ਸੰਸਥਾ ਰਜਿਸਟਰਡ ਹੈ ਗਵਰਨਮੈਂਟ ਵੱਲੋਂ ਜੀ? ਹਾਂ, ਇਹ ਸੰਸਥਾ ਰਜਿਸਟਰਡ ਹੈ ਜੀ, ਸੰਸਥਾ ਗਵਰਨਮੈਂਟ ਵੱਲੋਂ ਜੀ। ਤੇ ਹੋਰ ਕੋਈ ਗਤੀਵਿਧੀ ਇਸ ਸੰਸਥਾ ਵੱਲੋਂ ਕੋਈ ਚਲਾਈ ਜਾਂਦੀ ਹੈ? ਨਹੀਂ ਜੀ, ਹੋਰ ਕੋਈ ਗਤੀਵਿਧੀ ਇਸ ਸੰਸਥਾ ਵੱਲੋਂ ਨਹੀਂ ਚਲਾਈ ਜਾਂਦੀ ਹੈਗੀ। ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਵੀ ਜੇ ਕੋਈ ਬਿਰਧ ਆਸ਼ਰਮ ਚੱਲੇ ਵੇ, ਹੁਣ ਜਿਹੜੀ ਅਸੀਂ ਆਹ ਬਿਲਡਿੰਗ ਮਤਲਬ ਡੀ ਬਲੋਕ ਅਸੀਂ ਇਹਨੂੰ ਕਹਿੰਦੇ ਆ ਇੱਧਰਲੀ ਸਾਈਡ ਨੂੰ, ਅਸੀਂ ਇਹ ਸ਼ੁਰੂ ਕੀਤੀ ਹੈਗੀ ਹੈ। ਅਸੀਂ ਇਹਦੇ ਵਿੱਚ ਵੀ ਬਿਰਧ ਆਸ਼ਰਮ ਵੀ ਉੱਥੇ ਦੀ ਬਜਾਏ, ਬਾਹਰਲੇ ਦੀ ਬਜਾਏ ਵੀ ਇੱਥੇ ਵੀ ਅਸੀਂ ਸ਼ੁਰੂ ਜੇ ਕਰ ਲਈਏ। ਕੋਈ ਸਾਡੇ ਲਈ ਇਹ 4 ਕਮਰੇ, ਇੱਕ ਹਾਲ, ਲੈਟਰਨ, ਬਾਥਰੂਮ ਸਾਰਾ ਕੁਝ ਸੈਪਰੇਟ ਅਸੀਂ ਤਿਆਰ ਕੀਤਾ ਹੈਗਾ। ਅਗਰ ਕੋਈ ਲੇਡੀਜ਼ ਜਾਂ ਜੈਂਟਸ ਕੋਈ ਬਿਰਧ ਰਹਿਣਾ ਚਾਹੇ, ਅਸੀਂ ਉਹਨਾਂ ਨੂੰ ਇੱਥੇ ਵੀ ਸੈਪਰੇਟ ਮਤਲਬ ਸ਼ੁਰੂ ਕਰ ਸਕਦੇ ਹਾਂ ਜੀ। ਅੱਛਾ, ਜਿੰਨੇ ਵੀ ਇਸ ਸੰਸਥਾ ਦੇ ਲਈ ਫੰਡਸ ਇਕੱਠੇ ਹੁੰਦੇ ਨੇ, ਜਿੰਨੇ ਵੀ ਖਰਚੇ ਹੁੰਦੇ ਨੇ, ਉਸ ਮੁਤਾਬਕ ਸਾਰਾ ਤਾਂ ਉਹ ਮੇਨਟੇਨ ਸਹੀ ਹੋ ਰਿਹਾ? ਸਾਰਾ ਬਿਲਕੁਲ। ਜੋ ਇੱਥੇ ਜੇ ਪਹਿਲੀ ਗੱਲ ਤਾਂ ਇਹ ਹੈ ਕਮਲ ਜੀ ਵੀ ਸਾਡੇ ਜਿਹੜੇ ਮੈਂਬਰ ਹੈਗੇ ਨੇਗੇ, ਉਹਨਾਂ ਦਾ ਆਪਦੇ ਵੱਲੋਂ ਹੀ ਮਤਲਬ ਇੱਕ ਪਰਨ ਹੈਗਾ ਵੀ ਅਸੀਂ ਪਿੰਗਲਵਾੜੇ ਦੇ ਵਿੱਚ ਬੈਠ ਕੇ ਆਪਦੇ ਪੈਸਿਆਂ ਦਾ ਮੰਗਾ ਕੇ ਵੀ ਪਾਣੀ ਨਹੀਂ ਪੀਂਦੇ ਜੀ। ਅਗਰ ਕੋਈ ਮਤਲਬ ਬਾਹਰੋਂ ਆਫੀਸਰ ਜਾਂ ਕੋਈ ਗੈਸਟ ਆ ਜਾਂਦਾ ਹੈਗਾ ਤਾਂ ਅਸੀਂ ਆਪਦੇ ਉਹਦਾ ਕੋਈ ਖਰਚਾ ਅਸੀਂ ਪਿੰਗਲਵਾੜੇ 'ਚ ਨਹੀਂ ਪਾਉਂਦੇ ਹੈਗੇ ਜੀ। ਅਸੀਂ ਆਪਦੇ ਜੇਬ ਦੇ ਵਿੱਚੋਂ ਉਸ ਨੂੰ ਚਾਹ ਪਾਣੀ ਪਿਆਣੇ ਹੈਗੇ ਆ, ਪਰ ਫਿਰ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਨਾ ਪੀਏ ਜੀ। ਸਾਡਾ ਇਸ ਕਰਕੇ ਹੁਣ ਜਦੋਂ ਸਾਡਾ ਇੰਨਾ ਪਰਨ ਹੈਗਾ ਜੀ, ਫਿਰ ਇਹਦੇ ਫਰੰਟ ਦਾ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮਤਲਬ ਕੀ ਮਿਸਯੂਜ਼ ਹੋਊਗਾ। ਜੀ ਜੀ, ਯਾਨੀ ਕਿ ਪਾਰਦਰਸ਼ਤਾ ਤਾਂ ਹਰ ਚੀਜ਼ ਦੇ ਵਿੱਚ ਹੈ ਹੀ, ਨਾਲ ਦੀ ਨਾਲ ਸ਼ਰਧਾ ਵੀ ਜੁੜ ਗਈ ਹੈ। ਸ਼ਰਧਾ ਤਾਂ ਇਹ ਜੀ ਮਤਲਬ ਇਹ ਚੀਜ਼ ਹੈਗੀ ਜਿਹੜੀ ਸ਼ਰਧਾ ਨਾਲ ਹੀ ਚੱਲਦੀ ਹੈ ਜੀ। ਪਾਰਦਰਸ਼ਤਾ ਦੀ ਗੱਲ ਇਹ ਹੈਗੀ ਵੀ ਸਾਡਾ ਪੂਰਾ ਹਿਸਾਬ ਮੇਨਟੇਨੈਂਸ ਹੁੰਦਾ ਜੀ, ਹਰ ਚੀਜ਼ ਦਾ ਬਿੱਲ ਲਿੱਤਾ ਜਾਂਦਾ ਜੀ, ਹਰ ਚੀਜ਼ ਦਾ ਕਮੇਟੀ ਵੱਲੋਂ ਪਾਸ ਕੀਤਾ ਜਾਂਦਾ ਹੈ। ਤੇ ਜੇ ਕੋਈ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੋਵੇ, ਸਾਡਾ 24 ਘੰਟੇ ਹਰੇਕ ਨੂੰ ਇਸ ਗੱਲ ਦਾ ਉਹ ਹੈਗਾ ਵੀ ਜਦੋਂ ਮਰਜ਼ੀ ਸਾਨੂੰ ਕੋਈ ਚੀਜ਼ ਆ ਕੇ ਪੁੱਛੋ, ਅਸੀਂ ਦੱਸਣ ਨੂੰ ਤਿਆਰ ਹਾਂ। ਅੱਛਾ, ਕਮੇਟੀ ਮੈਂਬਰ, ਮੌਜੂਦਾ ਕਮੇਟੀ ਮੈਂਬਰ ਕਿੰਨੇ ਇਸ ਵਕਤ? ਇਸ ਟਾਈਮ ਮੈਂਬਰ ਕਮੇਟੀ ਦੇ ਜੀ 16 ਕੁ ਮੈਂਬਰ ਹੈਗੇ ਆ ਟੋਟਲ। ਅੱਛਾ, ਇਹ ਵੀ ਵੱਧਦੇ ਘਟਦੇ ਰਹਿੰਦੇ ਨੇ? ਕੋਈ ਵਾਰੀ ਜੀ ਕੋਈ ਛੱਡ ਜਾਂਦਾ ਜੀ ਕਮਲ ਜੀ, ਇਹ ਜਿਹੜੀਆਂ ਹੈਗੀਆਂ ਨੇ ਗੀਆਂ ਸਭਾ ਸੁਸਾਇਟੀਆਂ, ਕੋਈ 2 ਨਵੇਂ ਆ ਗਏ, ਕੋਈ 2 ਛੱਡ ਗਏ, ਇਹ ਚੱਲਦੇ ਹੀ ਰਹਿੰਦੇ ਨੇਗੇ। ਅੱਛਾ, ਇਹਦੇ ਲਈ ਵੀ ਕੋਈ ਤੁਸੀਂ ਕੋਈ ਮਤਲਬ ਕੋਈ ਪੈਮਾਨਾ ਤੈਅ ਕੀਤਾ ਕਿ ਇਹ ਬੰਦਾ ਹੀ ਇਸ ਤਰ੍ਹਾਂ ਦਾ ਬੰਦਾ ਹੀ? ਪੈਮਾਨਾ ਤਾਂ ਇਹ ਜੀ, ਪਹਿਲੀ ਪੈਮਾਨਾ ਤਾਂ ਗੱਲ ਇਹ ਹੈ ਵੀ ਉਹਦੇ 'ਚ ਸੇਵਾ ਦਾ ਭਾਵ ਹੋਵੇ ਜੀ। ਦੂਸਰੀ ਗੱਲ ਉਹਨੇ ਨੂੰ ਕੋਈ ਟਾਈਮ ਦੇ ਸਕਦਾ ਹੋਵੇ ਸੰਸਥਾ ਵਾਸਤੇ, ਸੰਸਥਾ ਦੇ ਹਿੱਤ ਵਾਸਤੇ ਸੋਚਦਾ ਹੋਵੇ ਹੈ ਜੀ, ਤੇ ਸੰਸਥਾ ਨੂੰ ਉਸ ਦਾ ਬੈਨੀਫਿਟ ਹੋਵੇ। ਜਦੋਂ ਮਰਜ਼ੀ ਮੈਂਬਰ ਬਣੋ, ਸਾਨੂੰ ਤਾਂ ਕੀ ਦਿੱਕਤ ਹੈ, ਅਸੀਂ ਤਾਂ ਤਿਆਰ ਹਾਂ, ਬੈਠੇ ਹਾਂ, ਮੈਂਬਰ ਬਣੋ, ਕੋਈ ਤੁਸੀਂ ਆਓ ਖੁਦ। ਤੇ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਹੋਰ ਮੈਸੇਜ ਦੇਣਾ ਚਾਹੋਗੇ ਆਪਣੀ ਇਸ ਸੰਸਥਾ ਦੇ ਵਾਸਤੇ? ਸ਼ਹਿਰ ਵਾਸਤੇ ਤਾਂ ਗੱਲ ਹੈ ਜੀ, ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਸ਼ਹਿਰ ਦੇ ਅਸੀਂ ਦਾਨੀ ਸੱਜਣਾ ਦਾ ਜੋ ਮਤਲਬ ਸਾਨੂੰ ਰੋਟੀ ਪਾਣੀ ਪੈਸੇ ਟਕੇ ਦਾ ਸਹਿਯੋਗ ਦੇ ਰਹੇ ਹੈ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਤੇ ਦੂਸਰੀ ਗੱਲ ਇਹ ਕਰਦੇ ਹਾਂ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਹਰੇਕ ਨੂੰ ਅਸੀਂ ਇੱਕ ਗੱਲ ਦੀ ਜ਼ਰੂਰ ਬੇਨਤੀ ਕਰਦੇ ਹਾਂ ਵੀ ਦਾਨ ਦੀ ਸਾਨੂੰ ਠੀਕ ਹੈਗੀ ਹੈ, ਬਹੁਤ ਹੀ ਕਿਰਪਾ ਹੈਗੀ ਹੈ ਮੰਡੀ ਦੇ ਵਿੱਚ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਸਾਡੇ ਲਈ ਜਿੰਨਾ ਪ੍ਰਬੰਧ ਹੈਗਾ ਅਸੀਂ ਉਸ ਦਾ ਉਸ ਤਰੀਕੇ ਫਾਇਦਾ ਨਹੀਂ ਉਠਾ ਰਹੇ। ਸਾਥੋਂ ਕਿਉਂ ਨਹੀਂ ਉਠਾ ਰਹੇ ਵੀ ਸਾਡੇ ਲਈ ਬੰਦੇ ਘੱਟ ਨੇ। ਅਸੀਂ ਇਹ ਗੱਲ ਕਹਿੰਦੇ ਵੀ ਜੇ ਕਿਸੇ ਬੰਦੇ ਨੂੰ ਕੋਈ ਲਾਵਾਰਸ, ਰੋਟੀ ਪਾਣੀ ਤੋਂ ਮੁਹਤਾਜ, ਕੋਈ ਲੰਗੜਾ ਲੂਲਾ ਬੇਸਹਾਰਾ ਫਿਰਦਾ ਦਿਖਦਾ ਹੈਗਾ, ਜਿਹੜਾ ਕੋਈ ਨਸ਼ਾ ਪਤਾ ਨਾ ਕਰਦਾ ਹੋਵੇ, ਤਾਂ ਸਾਡੇ ਲਈ ਦਾਖਲ ਕਰਾਓ ਤਾਂ ਜੋ ਉਸਦੀ ਕੋਈ ਜ਼ਿੰਦਗੀ ਹੈਗੀ ਹੈ ਜਿਹੜੀ ਸੁਧਰ ਕੇ ਮਤਲਬ ਆਪਦਾ ਰੱਬ ਦਾ ਨਾਮ ਲਈ ਜਾਵੇ ਤੇ ਆਪਦਾ ਰੋਟੀ ਪਾਣੀ ਇੱਥੇ ਬੈਠ ਕੇ ਖਾਵੇ ਜੀ। ਤਾਂ ਦੋਸਤੋ, ਇਹ ਤਾਂ ਸਨ ਕੇਵਲ ਕਿਸ਼ਨ ਜੀ, ਜਿਹੜੇ ਕਿ ਇਸ ਵਕਤ ਸਰਪ੍ਰਸਤ ਨੇ ਇਸ ਪਿੰਗਲਵਾੜਾ ਬਿਰਧ ਆਸ਼ਰਮ ਸੰਸਥਾ ਦੇ, ਔਰ ਆਪਾਂ ਜਾਣਦੇ ਇਸ ਬਾਰੇ ਕੁਝ ਹੋਰ ਇੱਥੋਂ ਦੇ ਹੋਰ ਮੈਂਬਰਾਂ ਪਾਸੋਂ। ਵੱਖ-ਵੱਖ ਪ੍ਰਸਥਿਤੀਆਂ ਵਿੱਚੋਂ ਹੁੰਦੀ ਹੋਈ ਇਹ ਸੰਸਥਾ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ ਕਿ ਇਸ ਉੱਤੇ ਅੱਜ ਇਲਾਕੇ ਦਾ ਹਰ ਇੱਕ ਇਨਸਾਨ ਭਰੋਸਾ ਕਰਦਾ ਹੈ। ਕੋਈ ਵੀ ਮੌਕਾ ਹੋਵੇ, ਇਲਾਕਾ ਵਾਸੀ ਇੱਥੇ ਦਾਨ ਦੇ ਕੇ ਮਾਣ ਮਹਿਸੂਸ ਕਰਦੇ ਹਨ। ਤਾਂ ਦੋਸਤੋ, ਇਸ ਸੰਸਥਾ ਦੇ ਪ੍ਰੈਜ਼ੀਡੈਂਟ ਸ਼੍ਰੀ ਓਮ ਪ੍ਰਕਾਸ਼ ਜੀ ਮੇਰੇ ਨਾਲ ਨੇ। ਤਾਂ ਓਮ ਪ੍ਰਕਾਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੋਂ ਜਿਹੜੇ ਲੋਕ ਰਹਿ ਰਹੇ ਨੇ ਲੋੜਵੰਦ ਅਪਾਹਿਜ, ਉਹਨਾਂ ਲਈ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਕਿਸ ਪ੍ਰਕਾਰ ਮਿਲਦੀਆਂ ਨੇ ਤੇ ਕਿਵੇਂ ਮਿਲਦੀਆਂ ਨੇ? ਸਾਨੂੰ ਜੀ ਜੋ ਵੀ ਕਿਸੇ ਕਿਸਮ ਦੀ ਕੋਈ ਜ਼ਰੂਰਤ ਪੈਂਦੀ ਹੈ ਜੀ, ਡਾਕਟਰ ਪਵਨ ਕੁਮਾਰ ਜੀ ਗਰਗ ਨੇ ਜੀ, ਭਿੱਖੀ ਰੋਡ ਤੇ ਜੀ, ਉਹ ਸਾਰਾ ਇਹਨਾਂ ਦਾ ਫ੍ਰੀ ਇਲਾਜ ਕਰਦੇ ਨੇ ਜੀ, ਆਪਦੇ ਵੱਲੋਂ ਫ੍ਰੀ ਦਵਾਈ ਦਿੰਦੇ ਨੇ। ਆਪਦਾ ਪੇਸ਼ੈਂਟ ਛੱਡ ਕੇ ਜੀ, ਜੇ ਉਹਨਾਂ ਨਾਲ 50,000 ਦਾ ਬੈਠਾ ਹੋਵੇ, ਉਸ ਨੂੰ ਛੱਡ ਕੇ ਐਂ ਸੰਸਥਾ ਪ੍ਰਤੀ ਉਹਨਾਂ ਦਾ ਇੰਨਾ ਲਗਨ ਹੈ ਜੀ, ਮਤਲਬ ਫ੍ਰੀ ਇਲਾਜ ਕਰਨਗੇ ਤੁਰੰਤ ਛੱਡ ਕੇ ਜੀ, ਨਾਲ ਦੀ ਨਾਲ ਤੁਰੰਤ। ਜੇ ਸਾਨੂੰ ਕੋਈ ਦੰਦਾਂ ਦੀ ਪ੍ਰੋਬਲਮ ਆਉਂਦੀ ਹੈ ਜੀ, ਤਾਂ ਡਾਕਟਰ ਲਲਿਤ ਜੀ ਨੇ ਜੀ,
ਉਹਨਾਂ ਨੇ ਸਾਨੂੰ ਕਹਿ ਰੱਖਿਆ ਹੈਗਾ ਵੀ ਜਦੋਂ ਮਰਜ਼ੀ ਸਾਡੇ ਲਵੇ ਆਓ, ਦੰਦਾਂ ਪ੍ਰਤੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਹੈ ਉਹ ਇਲਾਜ ਕਰਦੇ ਨੇ ਜੀ। ਜੀ ਇੱਕ ਡਾਕਟਰ ਰਾਜੇਸ਼ ਕੁਮਾਰ ਜੀ ਨੇ ਜੀ PNB ਬੈਂਕ ਦੇ ਸਾਹਮਣੇ, ਉਹਨਾਂ ਨੇ ਕਰਕੇ ਐਮਰਜੈਂਸੀ ਜਦੋਂ ਮਰਜ਼ੀ ਸਾਡੇ ਲਵੇ ਆਓ ਜੀ, ਇਹਨਾਂ ਦਾ ਇਲਾਜ ਫ੍ਰੀ ਹੈ, ਦਵਾਈ ਫ੍ਰੀ ਹੈ ਜੀ। ਜੀ ਯਾਨੀ ਕਿ ਇੱਥੇ ਮੌਜੂਦ ਇੱਥੇ ਭਰਤੀ ਕੋਈ ਵੀ ਅਪਾਹਜ ਵਿਅਕਤੀ ਕਿੰਨਾ ਵੀ ਬੇਸਹਾਇ ਕਿਉਂ ਨਾ ਹੋਵੇ, ਉਹਨੂੰ ਮੈਡੀਕਲ ਸਹੂਲਤ ਪ੍ਰਤੀ ਕਦੇ ਵੀ ਪਿੱਛੇ ਉਸ ਨੂੰ ਯਾਨੀ ਕਿ ਨਾ ਉਹਦੀ ਜੀ, ਕਮੀ ਨਹੀਂ ਆਉਣ ਦਿੱਤੀ। ਸਾਨੂੰ ਡਾਕਟਰ ਪਵਨ ਜੀਆਂ ਦਾ ਇੰਨਾ ਸਹਿਯੋਗ ਹੈ ਜੀ, ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਅਸੀਂ ਸੋਚ ਵੀ ਨਹੀਂ ਸਕਦੇ, ਜਦੋਂ ਮਰਜ਼ੀ ਦਿਨ ਵਗ ਜਾਈਏ ਰਾਤ ਵਗ ਜਾਈਏ, ਉਹ ਚਾਹੇ ਕਿੰਨੇ ਮਰਜ਼ੀ ਦੀ ਦਵਾਈ ਹੋਵੇ, ਕੋਈ ਟੈਸਟ ਹੋਣ ਜੀ ਫ੍ਰੀ ਕਰਦੇ ਨੇ। ਉਹ ਨਾ ਕੋਈ ਪੈਸਾ ਲੈਣ, ਨਾ ਕੋਈ ਆਪਦਾ ਪੇਸ਼ੈਂਟ ਦੇਖਣ, ਉਹ ਸਭ ਤੋਂ ਪਹਿਲਾਂ ਇਸ ਸੰਸਥਾ ਦਾ ਇਲਾਜ ਕਰਦੇ ਨੇ ਜੀ ਉਹ। ਅੱਛਾ, ਇਸ ਸੰਬੰਧੀ ਓਮ ਪ੍ਰਕਾਸ਼ ਜੀ ਤੁਸੀਂ ਕੋਈ ਹੋਰ ਸੰਸਥਾ ਸੰਬੰਧੀ ਗੱਲ ਕਹਿਣਾ ਚਾਹੋਗੇ? ਦੇਖੋ ਜੀ, ਸਾਨੂੰ ਇੱਥੇ ਦੀ ਮੰਡੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ। ਜਦੋਂ ਲੋਕਡਾਊਨ ਲੱਗਿਆ ਸੀ ਜੀ, ਉੱਥੇ ਇੰਨਾ ਵਧੀਆ ਖਾਣਾ ਆਉਂਦਾ ਰਿਹਾ ਹੈ ਕਿ ਲੋਕਾਂ ਨੂੰ ਖਾਣਾ ਨਹੀਂ ਮਿਲਦਾ ਸੀ, ਇਹਨਾਂ ਨੂੰ ਖੀਰ ਤੱਕ ਡੇਲੀ ਮਿਲਦੀ ਰਹੀ ਹੈਗੀ। ਜਦੋਂ ਕਿ ਅੰਬ ਦਾ ਸੀਜ਼ਨ ਚੱਲਿਆ ਸੀ, ਸਭ ਤੋਂ ਪਹਿਲਾਂ ਫਰੂਟ ਬਲਾਡੇ ਦੇ ਵਿੱਚ, ਪਿੰਗਲਵਾੜੇ ਦੇ ਵਿੱਚ ਕੋਈ ਬੰਦਾ ਦਾਨੀ ਸੱਜਣ ਦੇ ਕੇ ਗਿਆ ਵੀ ਭਾਈ ਇਹਨਾਂ ਨੂੰ ਅੰਬ ਖਵਾਓ। ਪਹਿਲੇ ਵਾਰ ਜਦੋਂ ਅੰਬ ਆਏ ਨੇ, ਮਤਲਬ ਇਹਨਾਂ ਵਾਸਤੇ ਫਰੂਟ, ਸਬਜ਼ੀ, ਦੁੱਧ, ਮਤਲਬ ਇੰਨਾ ਕੁਛ ਆ ਰਿਹਾ ਸੀ ਜੀ ਲੋਕਡਾਊਨ ਦੇ ਵਿੱਚ। ਸਾਨੂੰ ਕੋਈ ਕਮੀ ਮਹਿਸੂਸ ਨਹੀਂ ਹੋਈ ਜੀ ਕਿਸੇ ਵੀ ਕਿਸਮ ਦੀ। ਅਸੀਂ ਸ਼ਹਿਰ ਵਾਸੀਆਂ ਦਾ ਇਸ ਗੱਲ ਤੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਓਮ ਪ੍ਰਕਾਸ਼ ਜੀ। ਠੀਕ ਹੈ ਸਰ। ਤਾਂ ਦੋਸਤੋ, ਮੇਰੇ ਨਾਲ ਨੇ ਭਾਰਤ ਭੂਸ਼ਣ ਜੀ, ਜਿਹੜੇ ਕਿ ਇਸ ਸੰਸਥਾ ਦੇ ਸੈਕਟਰੀ ਨੇ। ਆਪਣੇ ਨਾਲ ਵੀ ਗੱਲਬਾਤ ਕਰਦੇ ਹਾਂ। ਭਾਰਤ ਭੂਸ਼ਣ ਜੀ, ਤੁਸੀਂ ਇਹ ਦੱਸੋ ਕਿ ਇਹ ਸੰਸਥਾ ਜਿਸ ਤਰ੍ਹਾਂ ਕਿ ਨਾਮ ਤੋਂ ਪਿੰਗਲਵਾੜਾ ਔਰ ਨਾਲ ਹੀ ਬਿਰਧ ਆਸ਼ਰਮ ਨਾਲ ਜੁੜੇ ਨੇ, ਅਤੇ ਬਿਰਧ ਆਸ਼ਰਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਅੱਜ ਕੱਲ੍ਹ ਬਜ਼ੁਰਗਾਂ ਦੀ ਸਥਿਤੀ ਕੋਈ ਬਾਹਲੀ ਵਧੀਆ ਨਹੀਂ ਹੈਗੀ, ਤਾਂ ਉਹ ਇਹ ਸੰਸਥਾ ਕਿਸ ਤਰੀਕੇ ਨਾਲ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ, ਜਾਂ ਕੀ ਇਹਦਾ ਪ੍ਰੋਵੀਜ਼ਨ ਕੀ ਹੈ? ਸੰਸਥਾ ਵੱਲੋਂ ਤਾਂ ਬਹੁਤ ਪਹਿਲਾਂ ਦਾ ਇੰਤਜ਼ਾਮ ਕਰਿਆ ਗਿਆ। ਅੱਜ ਤੋਂ 20 ਸਾਲ ਪਹਿਲਾਂ ਉਧਰਲੀ ਤਰਫ ਲੈਣ ਤੋਂ ਪਾਰ ਬਿਰਧ ਆਸ਼ਰਮ ਬਣਾਇਆ ਗਿਆ ਸੀ। ਉੱਥੇ ਕਈ ਵਾਰ ਇੱਕ ਦੋ ਬਿਰਧ ਰਹੇ ਵੀ, ਖਾਣੇ ਦਾ ਪ੍ਰਬੰਧ ਇੱਧਰੋਂ ਹੁੰਦਾ ਸੀ। ਤੇ ਹੁਣ ਫਿਰ ਦੁਬਾਰਾ ਕੋਸ਼ਿਸ਼ ਦੁਬਾਰ ਤੋਂ ਕਰੀ ਜਾ ਰਹੀ ਹੈ। 3-4 ਕਮਰੇ, ਇੱਕ ਹਾਲ ਬਣਾਇਆ ਉਰੇ ਵਧੀਆ। ਉਹਦੇ ਵਿੱਚ ਅਗਰ ਆਪਣੇ ਇਲਾਕੇ ਦਾ ਜਾਂ ਕਿਤੋਂ ਬਾਹਰੋਂ ਅੰਦਰੋਂ ਬਿਰਧ ਰਹਿ ਜੇ, ਕਹਿਣ ਦਾ ਮਤਲਬ ਆ ਕਿ ਸਾਨੂੰ ਸੰਸਥਾ ਨੂੰ ਕੋਈ ਦਿੱਕਤ ਨਹੀਂ ਹੈਗੀ। ਉਹਦੇ ਖਾਣ ਪੀਣ ਦੇ ਭੋਜਨ ਦਾ ਇੰਤਜ਼ਾਮ, ਉਹਨੂੰ ਕੋਈ ਦਿਨੇ ਅਖਬਾਰ ਪੜ੍ਹਨਾ ਹੈ, ਹੋਰ ਵੀ ਕੋਈ ਉਹਨੂੰ ਦਵਾਈ ਬੂਟੀ ਦੀ ਅਗਰ ਜ਼ਰੂਰਤ ਹੈ, ਸੰਸਥਾ ਹਰ ਵਕਤ ਉਹਦੇ ਨਾਲ ਖੜੀ ਹੈ। ਤੇ ਜਿੰਨੇ ਇਸ ਵਕਤ ਬੰਦੇ ਇੱਥੇ ਭਰਤੀ ਨੇ ਲੋੜਵੰਦ, ਉਹਨਾਂ 'ਚੋਂ ਬਿਰਧ ਵੀ ਹੈਗੇ ਨੇ ਜਾਂ ਸਿਰਫ ਅਪਾਹਿਜ ਨੇ? ਨਹੀਂ, ਬਿਰਧ ਦਾ ਮਤਲਬ ਨਹੀਂ। ਜਿਹੜੇ ਉਰੇ ਸਾਡੇ ਕੋਲੇ, ਸਾਡੀ ਸੋਚ ਇਹ ਹੈ ਵੀ ਜਦੋਂ ਉਹ ਆਉਂਦੇ ਨੇ ਤਾਂ ਉਹ ਪਰਿਵਾਰਾਂ ਤੋਂ ਇਕੱਲੇ, ਜਾਂ ਤਾਂ ਕੋਈ ਥੋੜ੍ਹੇ ਮੋਟੇ ਦੁਖੀ ਹੋ ਕੇ ਲਾ ਲਓ, ਜਾਂ ਕੋਈ ਪਰਿਵਾਰ ਦੀ ਇਕੱਲਾ ਹੈ, ਕੋਈ ਥੋੜ੍ਹੇ ਜਿਹੇ ਮੈਂਟਲੀ ਹਰਾਸਮੈਂਟ ਤੋਂ ਉਸ ਵਾਲੇ ਲਾ ਲਓ, ਉਸ ਟਾਈਪ ਦੇ ਸਾਡੇ ਕੋਲੇ ਆਉਂਦੇ। ਤੇ ਬਣਾਇਆ ਤਾਂ ਜਿਸ ਦਿਨ ਇਹਦੀ ਬੁਨਿਆਦ ਰੱਖੀ ਸੀ ਸੰਨ 78 'ਚ, ਤਾਂ ਲੂਲੇ ਲੰਗੜਿਆਂ ਵਾਸਤੇ ਰੱਖੀ ਸੀ ਜੀ ਜੀ। ਪਰ ਉਹਦਾ ਜਿਹੜਾ ਹੈਗਾ ਇਹ ਬਹੁਤ ਜਿਹੜੇ ਹੁਣ ਵੀ ਹੈਗੇ ਨੇ, ਰੋਟੀ ਪਾਣੀ ਦਾ ਸਭ ਦਾ ਇੰਤਜ਼ਾਮ ਹੁੰਦਾ, ਸਭ ਖਾਣ ਪੀਣ ਦਾ। ਅੱਛਾ, ਤੇ ਕੀ ਦੱਸੋ ਵੀ ਜਿਸ ਤਰ੍ਹਾਂ ਕਈ ਥਾਵਾਂ ਤੇ ਦੇਖਿਆ ਜਿਹੇ ਜਿਹੜੇ ਬਿਰਧ ਆਸ਼ਰਮ ਬਣੇ ਹੁੰਦੇ ਨੇ, ਪਿੰਗਲਵਾੜਿਆਂ ਲਈ ਸਪੈਸ਼ਲ ਬਣੇ ਹੁੰਦੇ, ਜਿਹੜੇ ਉੱਥੋਂ ਦੇ ਜਿਹੜੇ ਵਿੱਚ ਭਰਤੀ ਹੁੰਦੇ ਨੇ ਲੋਕ, ਕੋਈ ਹੱਥਾਂ ਤੋਂ ਪਿੰਗਲਾ ਹੈ, ਕੋਈ ਲੱਤਾਂ ਤੋਂ, ਉਹਨਾਂ ਨੂੰ ਬਾਜ਼ਾਰ ਦੇ ਵਿੱਚ ਫੰਡ ਇਕੱਤਰ ਕਰਨ ਲਈ ਭੇਜਿਆ ਜਾਂਦਾ। ਕਿ ਇਸ ਸੰਸਥਾ ਵੱਲੋਂ ਵੀ ਨਹੀਂ, ਸਾਡੇ ਕੋਲੇ ਕਦੇ ਨਾ ਤਾਂ ਸਾਡੀ ਪਿੰਗਲਵਾੜਾ ਕਮੇਟੀ, ਨਾ ਕਦੇ ਕੋਈ ਸਾਡੇ ਕੋਲੇ ਕੋਈ ਇਹੋ ਜਿਹਾ ਬੰਦਾ ਉਹ ਹੈਗਾ। ਤੁਸੀਂ ਦੇਖੋ ਜਿੰਨੇ ਵੀ ਹੈਗੇ ਨੇ ਸਾਰੇ ਅੱਛੀ ਕੰਡੀਸ਼ਨ 'ਚ ਨੇ। ਸਾਡਾ ਕਦੇ ਕੋਈ ਕਮੇਟੀ ਮੈਂਬਰ ਵੀ ਫੰਡ ਨਹੀਂ ਮੰਗਣਗੇ ਅੱਜ ਤਾਈਂ ਮੰਡੀ ਦੇ ਵਿੱਚ। ਕਿ ਆਪਣੇ ਆਪ ਹੀ ਫੰਡ ਜਿਹੜਾ ਉਹ ਇੱਥੇ ਆਪਦੇ ਆਪ ਹੀ। ਅੱਛਾ, ਲੋਕ ਉਰੇ ਆਪ ਦੇ ਕੇ ਜਾਂਦੇ ਨੇ। ਜਿਹੜੇ ਲੋਕ ਬਾਹਰ ਜਾ ਕੇ ਵੱਸ ਗਏ ਫੋਰਨ 'ਚ, ਸਾਡੇ ਪਿੱਛੇ ਜੇ ਇੱਕ ਮੌੜ ਤੋਂ ਅਮਰੀਕਾ ਰਹਿੰਦੇ ਨੇ, ਉਹਨਾਂ ਨੇ ਆਹ ਹਾਲ ਦੀ ਉਸਾਰੀ ਕਰਵਾਈ ਸੀ ਜੀ। ਇੱਕ ਡੈਨਮਾਰਕ ਤੋਂ ਨੇ ਆਪਣੇ, ਉਹਨਾਂ ਨੇ ਉੱਧਰਲੀ ਹਾਲ ਦੀ ਉਸਾਰੀ ਕਰਾਈ ਸੀ। ਹੋਰ ਵੀ ਮੰਡੀ ਦੇ ਬਹੁਤ ਦਾਨੀ ਸੱਜਣ ਨੇ, ਬੜੇ ਕਹਿਣ ਦਾ ਮਤਲਬ ਹਰ ਤਰ੍ਹਾਂ ਦਾ ਸਹਿਯੋਗ ਬਿਨਾਂ ਕਿਹਾ ਮਿਲਦਾ ਰਹਿੰਦਾ। ਬਿਨਾਂ ਕਿਹਾ ਮਿਲਦਾ। ਅੱਛਾ, ਤੇ ਅਜਿਹੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਆਪਣਾ ਪ੍ਰੋਗਰਾਮ ਦੇਖ ਰਹੇ ਨੇ, ਔਰ ਉਹ ਉਹਨਾਂ ਦੀ ਨਿਗਾਹ 'ਚ ਕਿਤੇ ਬਜ਼ੁਰਗ ਨੇ ਜਾਂ ਅਪਾਹਜ ਵਿਅਕਤੀ ਨੇ, ਉਹ ਇਸ ਸੰਸਥਾ ਨਾਲ ਕਿਵੇਂ ਕੰਟੈਕਟ ਕਰਨ, ਜਾਂ ਕਿਹੜੇ ਵਿਅਕਤੀਆਂ ਨੂੰ ਤੁਸੀਂ ਇੱਥੇ ਅਡਾਪਟ ਕਰ ਸਕਦੇ ਹੋ? ਸਾਡੇ ਤਾਂ ਦੇਖੋ, ਕੋਈ ਵੀ ਬੰਦਾ ਜਿਹੜਾ ਕਹਿੰਦਾ ਮਤਲਬ ਜਿਹਨੂੰ ਰੋਟੀ ਪਾਣੀ ਤੋਂ ਅਸਾਏ ਹੋਵੇ, ਜਿਹਨੂੰ ਛੱਤ ਨਾ ਮਿਲਦੀ ਹੋਵੇ, ਸਿਰਫ ਉਹ ਕਹਿੰਦਾ ਮਤਲਬ ਵੀ ਉਹ ਆਪਦੀ ਕਿਰਿਆ ਸੋਧ ਸਕਦਾ ਹੋਵੇ ਜੀ। ਤੇ ਇੱਕ ਕਹਿੰਦਾ ਮਤਲਬ ਉਹਨੂੰ ਕੋਈ ਬਿਮਾਰੀ ਇਹੋ ਜਿਹੀ ਨਾ ਹੋਵੇ ਜਿਹੜੇ ਕਿ ਦੂਸਰੇ ਉਹਨਾਂ ਨਾਲ ਡਿਸਟਰਬ ਹੋਵੇ। ਕੋਈ ਹੋਵੇ ਕਹਿੰਦਾ ਮਤਲਬ ਬਜ਼ੁਰਗ ਹੈ, ਕੋਈ ਕਹਿੰਦਾ ਮਤਲਬ ਉਹ ਹੈ। ਜੈਂਟਸ ਦਾ ਸਾਡੇ ਕੋਲ ਇੰਤਜ਼ਾਮ ਹੈਗਾ, ਲੇਡੀਜ਼ ਦਾ ਸਾਡੇ ਕੋਲੇ ਸਿਸਟਮ ਨਹੀਂ ਹੈਗਾ। ਲੇਡੀਜ਼ ਖਾਤਰ ਸਟਾਫ ਅਲੱਗ ਰੱਖਣਾ ਪਏਗਾ, ਸਾਰਾ ਕੁਝ ਉਹਦੀ ਸਾਂਭ ਸੰਭਾਲ ਵਾਸਤੇ ਅਲੱਗ ਰੱਖਣਾ ਪਏਗਾ। ਸਾਡੇ ਕੋਲ ਜੈਂਟਸ ਦਾ ਸਾਰਾ
ਉਹ ਹੈਗਾ ਹੈ। ਜੀ। ਬਹੁਤ ਕਹਿੰਦਾ ਮਤਲਬ ਸਾਡੇ ਕੋਲੇ ਰਹਿ ਰਹੇ ਨੇ, ਪਰ ਕੁਛ ਅਸੀਂ ਇਹ ਦੇਖ ਰਹੇ ਹਾਂ ਜਿਹੜਾ ਆਪਣਾ ਇਲਾਕਾ ਹੈ ਇਹਦੇ ਅੰਦਰ ਅੱਜ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ 'ਚ ਦਾਖਲ ਕਰਾਉਣ ਤੋਂ ਗੁਰੇਜ਼ ਕਰਦੇ ਨੇ। ਸ਼ਹਿਰਾਂ ਨਾਲੋਂ ਮੰਡੀਆਂ 'ਚ ਥੋੜ੍ਹਾ ਇਹ ਜਿਹਾ- ਇੱਕ ਬਿਲਕੁਲ ਉਹ ਹੈ ਦਿੱਕਤ ਹੈ। ਬਿਲਕੁਲ। ਇਹ ਔਰ ਵੈਸੇ ਇਹ ਤੁਸੀਂ ਦੱਸਿਆ ਕਿ ਇੱਥੇ ਇਕੱਲੇ ਜੈਂਟਸ ਦੇ ਲਈ ਹੈ ਜਗ੍ਹਾ ਤੋਂ ਕੀ ਭਵਿੱਖ ਦੇ ਵਿੱਚ ਕੋਈ ਯੋਜਨਾ ਹੈ ਕਿ ਤੁਸੀਂ ਜੋ ਕੋਈ ਫੀਮੇਲ ਕੋਈ ਲੇਡੀ ਤੁਹਾਡੇ ਕੋਲ ਫੀਮੇਲ ਵਾਸਤੇ ਫਿਰ ਅਲੱਗ ਬਣਾਉਣਾ ਪਏਗਾ ਸਾਰਾ ਕੁਛ। ਭਵਿੱਖ ਦੇ ਵਿੱਚ ਕੋਈ ਯੋਜਨਾ ਨਹੀਂ ਹੈ ਅਸੀਂ ਇਹਦੇ ਵਿੱਚ ਮਿਕਸ ਨਹੀਂ ਕਰਨਾ ਚਾਹੁੰਦੇ। ਜੀ ਜੇ ਕੋਈ ਸਾਡੇ ਕੋਲੇ ਕੋਈ 5-7-10 ਲੇਡੀਜ਼ ਆਉਣਗੀਆਂ ਜਾਂ ਕਹਿੰਦਾ ਮਤਲਬ ਅਸੀਂ ਸਾਡਾ ਜਿਹੜਾ ਉਧਰਲੇ ਪਾਸੇ ਬਿਰਧ ਆਸ਼ਰਮ ਹੈ ਹੁਣ ਜੀ ਚਾਲੂ ਕਰ ਦਿਆਂਗੇ, ਲੋਕਾਂ ਦੇ ਸਹਿਯੋਗ ਨਾਲ ਹੀ ਚੱਲਣਾ ਜੀ। ਸਾਡੇ ਉਸ ਨਾਲ ਤਾਂ ਕੋਈ ਹੈ ਨਹੀਂ। ਇਹ ਤੁਹਾਡੇ ਵਰਗੇ ਦੇ ਲੋਕਾਂ ਦੇ ਜਿਹੜੇ ਸਾਰੀ ਸ਼ਹਿਰ ਦਾ ਇਹਦੇ ਅੰਦਰ ਸਹਿਯੋਗ ਹੈ, ਬਾਹਰੋਂ ਅੰਦਰੋਂ ਵੀ ਸਹਿਯੋਗ ਹੈ। ਸਾਡੇ ਜਿਵੇਂ ਨੇੜੇ ਬਰੇਟਾ ਲੱਗਦਾ ਹੈ, ਆਪਣਾ ਇੱਥੇ ਭਿੱਖੀ ਹੈ, ਰਤੀਏ ਤੱਕ ਦੇ ਲੋਕ, ਹਿਸਾਰ ਤੱਕ ਦੇ ਲੋਕ ਜਿਹੜੇ ਉਰੋਂ ਬੁਲਾਡੇ ਤੋਂ ਹਿਸਾਰ ਚਲੇ ਗਏ, ਚੰਡੀਗੜ੍ਹ ਚਲੇ ਗਏ, ਉਹ ਖਾਣਾ ਜਾਂ ਕਹਿੰਦਾ ਮਤਲਬ ਸਾਨੂੰ ਸਹਾਇਤਾ ਅੱਜ ਵੀ ਭੇਜਦੇ ਨੇ। ਅੱਛਾ ਕੀ ਦੱਸੋ, ਜਿੱਦਾਂ ਤੁਸੀਂ ਦੱਸਿਆ ਕਿ ਇੱਥੇ ਇਸ ਵਕਤ ਜਿਹੜੇ ਬੰਦੇ ਰਹਿ ਰਹੇ ਨੇ ਉਹ ਸਾਰੇ ਆਪਣੇ ਆਸ-ਪਾਸ ਦੇ ਇਲਾਕੇ ਦੇ ਨੇ ਜਾਂ ਕੋਈ ਬਾਹਰੋਂ ਵੀ ਨੇ? ਉਹ ਬਠਿੰਡੇ ਦੇ ਨੇ ਸਾਡੇ ਕੋਲੇ, ਬਰੇਟੇ ਦੇ ਨੇ, ਇੱਧਰ ਦੂਰ ਤੱਕ ਦੇ ਸੁਨਾਮ ਤੱਕ ਦੇ ਇਲਾਕੇ ਦੇ ਨੇ। ਕਿਤੋਂ ਦੀ ਹੋਵੇ, ਬਠਿੰਡੇ ਵੀ ਹੈ ਨਹੀਂ, ਪਿੰਗਲਵਾੜਾ ਆਪਣੇ ਨੇੜੇ ਤੇੜੇ ਏਰੀਏ ਦੇ ਅੰਦਰ ਕਿਤੇ ਹੈ ਨਹੀਂ। ਹਰਿਆਣੇ ਦੇ ਵੀ ਹੈਗੇ ਨੇ ਸਾਡੇ ਕੋਲੇ, ਨਰਵਾਣੇ ਦੇ ਵੀ ਹੈਗੇ ਨੇ। ਇਸ ਤਰ੍ਹਾਂ ਦੀਆਂ ਅੱਛੀਆਂ ਸੰਸਥਾਵਾਂ ਫੈਮਲੀਆਂ ਦੇ ਉਹ ਹੈਗੇ ਨੇ। ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਵਿੱਚ ਜਿੱਥੇ ਪਬਲਿਕਲੀ ਥੋੜ੍ਹਾ ਜਿਹਾ ਲੰਗਰ ਵਗੈਰਾ ਚੱਲਦੇ ਨੇ, ਆਮ ਲੋਕ ਵੀ ਕਈ ਵਾਰੀ ਲੋੜਵੰਦ ਲੋਕ ਕਹਿ ਲਈਏ ਆਪਾਂ, ਉਹ ਵੀ ਕਈ ਵਾਰੀ ਆਪਣੇ ਲੰਗਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇੱਥੇ ਵੀ ਕਈ ਵਾਰੀ ਕੋਈ ਬਾਹਰੋਂ ਇੱਦਾਂ ਕੋਈ ਪ੍ਰਵੇਸ਼ ਸਾਡੇ ਕੋਲੇ 1-2 ਬੰਦੇ ਹੈਗੇ ਨੇ ਜਿਹੜੇ ਕਿ ਬੁਢਲਾਡੇ ਦੇ ਹੀ ਹੈਗੇ ਨੇ, ਪਰ ਉਹ ਇੱਥੇ ਰਹਿੰਦੇ ਨਹੀਂ। 2-3 ਬੰਦੇ ਲੰਗਰ ਉਹ ਖਾ ਕੇ ਜਾਂਦੇ ਨੇ। ਉਹ 2-3 ਹੁਣ ਬਾਹਰ ਵੀ ਬੈਠਾ ਇੱਕ ਲੜਕਾ ਸੁਰਿੰਦਰ ਹੈ, ਅੱਛਾ। ਉਹ ਤੋਰਾ ਫੇਰੀ ਕਰਦਾ, ਉਹ ਅੰਦਰ ਨਹੀਂ ਰਹਿਣਾ ਚਾਹੁੰਦਾ ਅੱਛਾ ਪਰ ਖਾਣਾ ਖਾ ਕੇ ਖਾਣਾ ਜਾਂਦਾ। ਖਾ ਕੇ ਜਾਂਦੇ। ਤਾਂ ਇੱਕ ਜਣਾ ਹੋਰ ਹੈ, 2-3 ਬੰਦੇ। ਅਸੀਂ ਮਨਾ ਕਿਸੇ ਨੂੰ ਆ ਵਿਵਸਥਾ ਤਾਂ ਬਣਾਉਣੀ ਪਏਗੀ ਨਾ। ਅਗਰ ਉਰੇ ਲੰਗਰ ਬਣ ਰਿਹਾ ਹੈ, 10 ਜਣੇ ਹੋਰ ਆ ਜਾਣ, ਜਦੋਂ 10 ਦਾ ਲੰਗਰ ਹੋਣਾ ਹੀ ਨਹੀਂ, ਜੇ ਤਾਂ ਸਾਡੇ ਕੋਲ ਸਿਸਟਮ ਡੇਲੀ ਖਾਣ ਵਾਲਾ ਹੋਵੇ ਤਾਂ ਕੋਈ ਖਾਸ ਗੱਲ ਨਹੀਂ। ਅੱਛਾ ਇਸ ਸੰਸਥਾ ਸੰਬੰਧੀ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ? ਪਬਲਿਕ ਤਾਂ ਇਹੀ ਮੈਸੇਜ ਹੈ ਜੀ ਵੀ ਜਿਹੜਾ ਕੋਈ ਵੀ ਕਹਿੰਦਾ ਮਤਲਬ ਕੋਈ ਬਜ਼ੁਰਗ ਹੈ ਜਾਂ ਕਹਿੰਦਾ ਮਤਲਬ ਜਿਹਦੀ ਦੇਖਭਾਲ ਨਹੀਂ ਹੋ ਸਕਦੀ, ਸਾਡੇ ਕੋਲ ਉਰੇ ਦਾਖਲ ਕਰਾਉਣਾ ਚਾਹੁੰਦਾ ਦਾਖਲ ਕਰਾਵੇ। ਕੋਈ ਕਿਸੇ ਦੀ ਨਿਗਾਹ 'ਚ ਕੋਈ ਆਪਣਾ ਇਹ ਹੈ ਕਿ ਕਹਿੰਦੇ ਨੇ ਆਪਣਾ ਲੂਲਾ ਲੰਗੜਾ ਹੈ ਜਾਂ ਕਹਿੰਦਾ ਮਤਲਬ ਕੋਈ ਅਸਹਾਏ ਹੈ ਜਾਂ ਕੋਈ ਉਹ ਹੈ, ਉਰੇ ਦਾਖਲ ਕਰਾਵੇ, ਸਹਿਯੋਗ ਦੇਵੇ। ਸਾਰੇ ਬੁਢਲਾਡੇ ਦਾ ਹੀ, ਸਾਰੇ ਸ਼ਹਿਰ ਦਾ ਹੀ ਉਹ ਹੈ, ਸਾਰੀ ਇਹਦੇ ਮੈਂਬਰ ਨੇ, ਸਾਰੀ ਇਹਦੇ ਉਹ ਨੇ। ਕੋਈ ਕਹਿੰਦਾ ਮਤਲਬ ਦਾਨ ਦੀ ਉਹ ਹੈ, ਇਹਦੇ ਅੰਦਰ ਜੋ ਚੀਜ਼ ਦੀ ਜ਼ਰੂਰਤ ਹੈ ਹੌਲੀ ਹੌਲੀ ਕੋਈ ਨਾ ਕੋਈ ਤਾਂ ਜਾਏਗੀ। ਦੋਸਤੋ ਸਕਰੀਨ ਤੇ ਨੰਬਰ ਮੈਂਸ਼ਨ ਕਰ ਰਹੇ ਆ ਇੱਥੋਂ ਦਾ, ਅਗਰ ਕੋਈ ਵੀ ਲੋੜਵੰਦ ਹੋਵੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਉਹਨਾਂ ਨੂੰ ਇੱਥੇ ਦਾਖਲ ਕਰਵਾ ਸਕਦੇ ਹੋ। ਪਿੰਗਲਵਾੜਾ ਅਵਧੂਤ ਅਤੇ ਬਿਰਧ ਆਸ਼ਰਮ ਬੁਢਲਾਡਾ।